ਸਾਹਿਬ ਬਖਸ਼ਿਸ਼ ਕਰਦੇ ਆ। ਐ ਮੇਰੇ ਮਨਾ ਰਾਮ ਦੇ ਨਾਮ ਦੇ ਗੁਣ ਗਾਈਏ। ਅਸੀਂ ਗੁਣ ਗਾਉਣੇ ਆ ਬੰਦਿਆਂ ਦੇ, ਅਸੀਂ ਗੁਣ ਗਾਉਣੇ ਬਾਬਿਆਂ ਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਹੀ ਗੁਣਾਂ ਦਾ ਨਿਧਾਨ ਖਜ਼ਾਨਾ ਹੈ ਪਰਮ ਪਿਤਾ ਪਰਮਾਤਮਾ। ਐ ਮੇਰੇ ਮਨਾ ਤੂੰ ਉਹਦੇ ਗੁਣ ਗਾਉਣਾ ਕਰ, ਨਿਤ ਨਿਤ ਉਸ ਪਰਮਾਤਮਾ ਨੂੰ ਯਾਦ ਕਰ ਤੇ ਨਿਤ ਨਿਤ ਉਸ ਪਰਮਾਤਮਾ ਦੇ ਬਚਨ ਨੂੰ ਮੰਨ ਕੇ ਮਨੁੱਖਤਾ ਦੀ ਸੇਵਾ ਕਰ। ਸੰਤ ਸੰਗ ਹਰ ਮਨ ਵਸੇ, ਦੁੱਖ ਦਰਦ ਹਨੇਰਾ ਭਰਮ ਨਸੇ। ਸਤ ਸੰਗਤ ਦੇ ਵਿੱਚ ਜਾਈਏ ਨਾ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ। ਰੱਬ ਦੀਆਂ ਗੱਲਾਂ ਸੁਣ ਸੁਣ ਕੇ ਰੱਬ ਜੀ ਦੇ ਨਾਲ ਪਿਆਰ ਹੋ ਜਾਂਦਾ। ਜਦੋਂ ਪ੍ਰੇਮ ਹੋ ਜਾਂਦਾ ਹੈ ਤੇ ਫਿਰ ਉਹਦੇ ਦਰਸ਼ਨਾਂ ਨੂੰ ਖਿੱਚ ਪੈਂਦੀ ਹੈ। ਮਨ ਉਹਦੇ ਦਰਸ਼ਨਾਂ ਵਾਸਤੇ ਬੈਬਲ ਹੁੰਦਾ ਹੈ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਮੇਰੇ ਮਨਾ ਸਤ ਸੰਗਤ ਦੇ ਵਿੱਚ ਜਾ। ਸਤ ਸੰਗਤ ਤੋਂ, ਕਿਉਂਕਿ ਸਤ ਸੰਗਤ ਇੱਕ ਆਇਨਾ ਹੈ, ਇੱਕ ਸ਼ੀਸ਼ਾ ਹੈ। ਉਸ ਸ਼ੀਸ਼ੇ ਦੇ ਵਿੱਚ ਆਪਾ ਦਿਸ ਜਾਂਦਾ। ਫਿਰ ਬੰਦਾ ਦੂਸਰੇ ਦੀ ਨਿੰਦਾ ਕਰਨੀ ਛੱਡ ਦਿੰਦਾ ਜਦੋਂ ਆਪਾ ਦਿਸਦਾ ਹੈ। ਉਹ ਖੋ ਮਨਾ ਮੇਰਾ ਘਰ ਤੇ ਕਚਰੇ ਨਾਲ ਭਰਿਆ ਪਿਆ ਹੈ, ਮੈਂ ਦੂਜਿਆਂ ਦੀ ਘਰ ਦੀ ਸਫਾਈ ਕਰਨ ਵਿੱਚ ਰੁੱਝਿਆ ਹੋਇਆ ਹੈ। ਬਸ ਜਦੋਂ ਸ਼ੀਸ਼ਾ ਸਾਹਮਣੇ ਹੁੰਦਾ ਹੈ ਉਦੋਂ ਇਸ ਗੱਲ ਦੀ ਸਮਝ ਆ ਜਾਂਦੀ। ਨਹੀਂ ਤੇ ਬੰਦਾ ਦੂਜੇ ਤੇ ਗੁਨਾਹ ਕਰਦਾ, ਦੂਜੇ ਤੇ ਦੋਸ਼ ਲਾਉਂਦਾ। ਬੰਦੇ ਦਾ ਸੁਭਾਅ ਕੈਸਾ ਹੈ, ਆਪਣੇ ਆਪ ਨੂੰ ਦੇਖਦਾ ਨਹੀਂ ਹੈ ਤੇ ਉਹਨੂੰ ਐ ਲੱਗਦਾ ਹੈ ਵੀ ਮੈਂ ਸਹੀ ਹਾਂ, ਮੈਨੂੰ ਸਾਹਮਣੇ ਵਾਲਾ ਗਲਤ ਬੋਲ ਰਿਹਾ, ਮੇਰੇ ਸਾਹਮਣੇ ਉਹ ਗਲਤ ਆ। ਇਬਰਾਹੀਮ ਇਜ਼ਰਾਈਲ ਇਲਾਕੇ ਦਾ ਸਰਦਾਰ, ਬੜਾ ਵੱਡਾ ਕਬੀਲਾ ਹੈ ਇਜ਼ਰਾਈਲੀ ਕਬੀਲਾ। ਇਬਰਾਹੀਮ ਉਹਦਾ ਮੋਢਿਆ ਸਰਦਾਰ ਆ। ਉਸ ਇਬਰਾਹੀਮ ਦੇ ਖਾਨਦਾਨ ਦੇ ਵਿੱਚੋਂ ਹੀ ਇਸਲਾਮ ਆ। ਇਬਰਾਹੀਮ ਦੇ ਖਾਨਦਾਨ ਵਿੱਚੋਂ ਹੀ ਕ੍ਰਿਸਚਨ ਆ। ਇਬਰਾਹੀਮ ਦੇ ਖਾਨਦਾਨ ਵਿੱਚੋਂ ਹੀ ਕੁਰੈਸ਼ੀ ਆ। ਇਬਰਾਹੀਮ ਦੇ ਖਾਨਦਾਨ ਵਿੱਚੋਂ ਹੀ ਯਜ਼ੀਦੀ ਆ। ਇਬਰਾਹੀਮ ਦੇ ਖਾਨਦਾਨ ਵਿੱਚੋਂ ਹੀ ਯਹੂਦੀ ਆ। ਇਬਰਾਹੀਮ ਨੂੰ ਉਹਦੇ ਬਾਪ ਮਰਨ ਤੋਂ ਬਾਅਦ ਉਸ ਸ਼ਹਿਰ ਦਾ ਮੁਖੀਆ ਚੁਣ ਲਿਆ, ਰਾਜਾ ਚੁਣ ਲਿਆ, ਸਰਦਾਰ ਚੁਣ ਲਿਆ। ਪਹਿਲਾ ਹੀ ਕੇਸ ਇਬਰਾਹੀਮ ਦੇ ਸਾਹਮਣੇ ਆ ਗਿਆ। ਇੱਕ ਔਰਤ ਨੇ ਵਿਭਚਾਰ ਕੀਤਾ। ਉਹ ਔਰਤ ਵਿਧਵਾ ਹੈ, ਉਹਨੂੰ ਗ੍ਰਿਫਤਾਰ ਕਰ ਲਿਆ। ਉਹਦੇ ਤੇ ਦੋਸ਼ ਲੱਗ ਗਿਆ, ਇਸਨੇ ਹਰਾਮ ਕੀਤਾ ਹੈ। ਦੋਸ਼ ਸਾਬਤ ਹੋ ਗਿਆ, ਇਸਨੇ ਹਰਾਮ ਕੀਤਾ ਹੈ। ਮੰਤਰੀ ਮੰਡਲ ਨੇ ਫੈਸਲਾ ਸੁਣਾ ਦਿੱਤਾ, ਇਹਨੂੰ ਸੰਗਸਾਰ ਕੀਤਾ ਜਾਵੇ। ਸੰਗਸਾਰ ਇੱਕ ਯਾਸ਼ਾ ਕਾਨੂੰਨ ਦਾ ਹਿੱਸਾ ਹੈ। ਅਰਥ ਇਹਨੂੰ ਅੱਧਾ ਕਮਰ ਤੱਕ ਜ਼ਮੀਨ 'ਚ ਗੜ ਦਿੱਤਾ ਜਾਵੇ, ਇਹਦੀਆਂ ਬਾਹਾਂ ਪਿੱਛੇ ਬੰਨ੍ਹ ਦਿੱਤੀਆਂ ਜਾਣ ਤੇ ਫਿਰ ਸਾਰਾ ਸ਼ਹਿਰ ਇਸ ਨੂੰ ਪੱਥਰ ਮਾਰੇ। ਇਹ ਸਜ਼ਾ ਸੁਣਾ ਦਿੱਤੀ ਹੈ। ਹੁਣ ਚੌਕ ਦੇ ਵਿੱਚ ਲੈ ਆਂਦਾ ਜਿੱਥੇ ਚੁਰਸਤਾ ਹੈ। 2 ਦਿਨ ਪਹਿਲਾਂ ਮਨਿਆਦੀ ਹੋ ਗਈ, ਢੰਡੋਰਾ ਫੇਰ ਦਿੱਤਾ ਕਿ ਫਲਾਣੇ ਦਿਨ ਰਾਜੇ ਦਾ ਹੁਕਮ ਆ, ਉੱਥੇ ਪਹੁੰਚੋ ਤੇ ਆਪਣੇ ਹੱਥ ਦੇ ਵਿੱਚ ਆਪਣੇ ਕੋਲ ਝੋਲੇ ਭਰ ਭਰ ਕੇ ਪੱਥਰ ਦੇ ਲੈ ਕੇ ਆਉਣੇ। ਸੰਗਸਾਰ ਨੂੰ ਸਜ਼ਾ ਦੇਣੀ ਹੈ। ਦਿਨ ਆ ਗਿਆ। ਉਸ ਔਰਤ ਨੂੰ ਜ਼ਮੀਨ ਦੇ ਵਿੱਚ ਗੱਡ ਦਿੱਤਾ ਹੈ।
ਬਾਹਾਂ ਉਹਦੀਆਂ ਪਿੱਛੇ ਬੰਨ੍ਹ ਦਿੱਤੀਆਂ ਨੇ। ਹੁਣ ਸਭਨਾਂ ਦੇ ਹੱਥ ਵਿੱਚ, ਭੀੜ ਦੇ ਹੱਥ ਵਿੱਚ ਪੱਥਰ ਹੈ। ਭੀੜ ਬੜੀ ਮੱਛਰੀ ਹੈ, ਹੱਥ ਵਿੱਚ ਨੁਕੀਲੇ ਪੱਥਰ ਫੜੇ ਹੋਏ ਨੇ, ਪਰ ਇੰਤਜ਼ਾਰ ਕਰਦੇ ਪਏ ਨੇ ਕਿਸ ਦਾ? ਇਬਰਾਹੀਮ ਦਾ, ਕਿ ਪਹਿਲਾ ਪੱਥਰ ਇਬਰਾਹੀਮ ਮਾਰੇਗਾ। ਉਹ ਮੁਖੀਆ ਹੈ, ਪਹਿਲਾ ਪੱਥਰ ਉਹ ਮਾਰੇਗਾ, ਬਾਅਦ ਵਿੱਚ ਸਾਰੀ ਜਨਤਾ ਪੱਥਰ ਮਾਰੇਗੀ। ਹੁਣ ਇਬਰਾਹੀਮ ਚੁੱਪ ਕਰਕੇ ਬੈਠਾ, ਉਹਦੇ ਹੱਥ ਵਿੱਚ ਪੱਥਰ ਵੀ ਨਹੀਂ ਗਾ। ਉਹਨੂੰ ਉਹਦੇ ਮੰਤਰੀ ਸ਼ੰਤਰੀ ਬੋਲਦੇ ਆ ਕਿ ਤੁਸੀਂ ਚੱਕੋ, ਪੱਥਰ ਮਾਰੋ। ਸਾਰੀ ਜਨਤਾ ਤੁਹਾਡੇ ਵੱਲ ਵੇਖਦੀ ਪਈ ਹੈ, ਤੁਹਾਡਾ ਇੰਤਜ਼ਾਰ ਕਰਦੀ ਪਈ ਹੈ। ਤੁਸੀਂ ਪੱਥਰ ਮਾਰੋਗੇ ਤੇ ਫਿਰ ਦੂਸਰੇ ਪੱਥਰ ਮਾਰਨਗੇ। ਮਾਰੋ ਪੱਥਰ। ਪਰ ਇਬਰਾਹੀਮ ਚੁੱਪ ਆ, ਬਿਟਰ ਬਿਟਰ ਦੇਖ ਰਿਹਾ। ਇੱਕ ਮੰਤਰੀ ਅੱਗੇ ਵਧਿਆ, ਉਹਨੇ ਪੱਥਰ ਚੁੱਕ ਕੇ ਤੇ ਇਬਰਾਹੀਮ ਦੇ ਹੱਥ ਵਿੱਚ ਫੜਾ ਦਿੱਤਾ ਵੀ ਲਓ ਜੀ ਜਨਾਬ, ਤੁਸੀਂ ਪੱਥਰ ਮਾਰੋ, ਤੁਸੀਂ ਮਾਰੋਗੇ ਤੇ ਫਿਰ ਦੂਸਰੇ ਮਾਰਨਗੇ, ਮਾਰੋ ਪੱਥਰ ਇਸ ਨੂੰ। ਹੱਥ ਵਿੱਚ ਇਬਰਾਹੀਮ ਦੇ ਪੱਥਰ ਆ, ਪਰ ਹੱਥ ਤਾਂ ਨਹੀਂ ਉੱਠਦਾ, ਤਾਂ ਨਹੀਂ ਉੱਠ ਰਿਹਾ ਹੱਥ। ਫਿਰ ਦੁਬਾਰਾ ਕਹਿ ਰਹੇ ਨੇ, ਜਦੋਂ ਬਾਰ-ਬਾਰ ਕਹਿਣ ਤੇ ਉਹਨੇ ਪੱਥਰ ਹੱਥ ਤਾਂ ਨਹੀਂ ਚੁੱਕਿਆ ਮਾਰਨ ਨੂੰ। ਮੰਤਰੀ ਅੱਗੇ ਵਧੇ ਨੇ, ਪੁੱਛਦੇ ਨੇ ਕਿ ਜਨਾਬ ਤੁਸੀਂ ਇਹਨੂੰ ਪੱਥਰ ਕਿਉਂ ਨਹੀਂ ਮਾਰ ਰਹੇ? ਤੇ ਬੜੀ ਸ਼ਾਂਤੀ ਨਾਲ ਪੈਗੰਬਰ ਇਬਰਾਹੀਮ ਬੋਲੇ, ਬਈ ਇਹਨੂੰ ਪੱਥਰ ਕਿਉਂ ਮਾਰਨਾ ਹੈ? ਇਨਸਾਨ ਹੈ, ਇਹਦੀ ਗਲਤੀ ਕੀ ਹੈ? ਇਹਦਾ ਗੁਨਾਹ ਕੀ ਹੈ? ਕਹਿੰਦੇ ਵੀ ਇਹ ਇੱਕ ਵਿਧਵਾ ਔਰਤ ਹੈ, ਇਸਨੇ ਗੁਨਾਹ ਕੀਤਾ ਹੈ, ਹਰਾਮ ਕੀਤਾ ਹੈ, ਇਹ ਰੰਗੇ ਹੱਥੀਂ ਪਕੜੀ ਗਈ ਹੈ, ਇਹਨੇ ਗਲਤੀ ਕੀਤੀ ਹੈ, ਇਹਦੇ ਅੰਦਰ ਗੁਨਾਹ ਹੈ, ਉਸ ਗੁਨਾਹ ਸ਼ੈਤਾਨ ਹੈ ਅੰਦਰ, ਉਹਨੂੰ ਪੱਥਰ ਮਾਰੋ, ਇਹੀ ਸਜ਼ਾ ਹੈ ਇਸ ਦੀ। ਇਬਰਾਹੀਮ ਕਹਿਣ ਲੱਗਾ, ਫਿਰ ਮੈਂ ਤੇ ਪੱਥਰ ਨਹੀਂ, ਪਹਿਲਾ ਪੱਥਰ ਮੈਂ ਨਹੀਂ ਮਾਰ ਸਕਦਾ, ਮੈਂ ਪਹਿਲਾ ਪੱਥਰ ਨਹੀਂ ਮਾਰ ਸਕਦਾ। ਤੁਸੀਂ ਜੇ ਤੁਹਾਡੇ ਵਿੱਚੋਂ ਕੋਈ ਬੰਦਾ ਇਹਨੂੰ ਪੱਥਰ ਮਾਰ। ਕਹਿਣ ਲੱਗੇ ਕੀ ਗੱਲ? ਇਹ ਸ਼ਰਅ ਹੈ, ਮੁਖੀਆ ਬੰਦਾ ਪਹਿਲਾ ਪੱਥਰ ਮਾਰੇਗਾ, ਤੁਸੀਂ ਕਿਉਂ ਨਹੀਂ ਮਾਰਨਾ? ਵਜ੍ਹਾ? ਕਹਿਣ ਲੱਗਾ ਬਈ ਇਹ ਗੁਨਾਹਗਾਰ ਹੈ ਨਾ, ਇਹਨੂੰ ਤਾਂ ਪੱਥਰ ਮਾਰਦੇ। ਕਹਿੰਦੇ ਜੀ ਹਾਂ। ਫਿਰ ਕਹਿੰਦਾ ਵੀ ਪਹਿਲਾ ਪੱਥਰ ਮਾਰਨ ਦਾ ਹੱਕ ਉਹਨੂੰ ਆ ਜਿਹਨੇ ਆਪਣੀ ਜ਼ਿੰਦਗੀ 'ਚ ਕਦੀ ਕੋਈ ਗੁਨਾਹ ਨਹੀਂ ਕੀਤਾ। ਮੈਂ ਤੇ ਆਪਣੇ ਅੰਦਰ ਝਾਤੀ ਮਾਰਦਾ ਏ, ਮੈਂ ਤੇ ਆਪਣੀ ਜ਼ਮੀਰ ਨੂੰ ਪੁੱਛਦਾ ਏ, ਤੇ ਮੈਂ ਤੇ ਔਗਣਾਂ ਦਾ ਭਰਿਆ ਹੋਇਆ, ਮੈਂ ਤੇ ਕਦਮ ਕਦਮ ਤੇ ਗੁਨਾਹ ਕਰ ਰਿਹਾ, ਮੈਂ ਤੇ ਹੁਣ ਵੀ ਗੁਨਾਹ ਕਰ ਰਿਹਾ, ਮੈਨੂੰ ਤਾਂ ਮੇਰੇ ਗੁਨਾਹ ਬਹੁਤ ਦਿਸਣ ਦੇ ਨੇ, ਇਹਦਾ ਤਾਂ ਮੈਨੂੰ ਦਿਸਦਾ ਹੀ ਨਹੀਂ ਪਿਆ। ਇਸ ਲਈ ਹੱਕ ਉਹਦਾ ਏ ਪਹਿਲਾ ਪੱਥਰ ਮਾਰਨ ਦਾ ਜਿਹਨੇ ਕਦੀ ਜ਼ਿੰਦਗੀ 'ਚ ਕੋਈ ਗੁਨਾਹ ਨਹੀਂ ਕੀਤਾ। ਸਾਰੇ ਚੁੱਪ ਕਰ ਗਏ, ਸਾਰਿਆਂ ਨੇ ਆਪਣੇ ਆਪਣੇ ਅੰਦਰ ਸੋਚਣਾ ਸ਼ੁਰੂ ਕਰਤਾ ਵੀ ਪੈਗੰਬਰ ਸਾਹਿਬ ਦੀ ਗੱਲ ਤੇ ਠੀਕ ਆ, ਵੀ ਦੂਜੇ ਨੂੰ ਗੁਨਾਹ ਤੋਂ ਰੋਕਣ ਦਾ ਹੱਕ ਦਾ ਤੇ ਉਹ ਆ ਜਿਹਦੇ ਆਪ ਦੇ ਅੰਦਰ ਕੋਈ ਗੁਨਾਹ ਨਾ ਹੋਵੇ। ਮੈਂ ਤੇ ਰਾਤ ਦਿਨ ਹਰਾਮ ਕਰਦਾ ਪਿਆ, ਦੂਜੇ ਨੂੰ ਮੈਂ ਕਹਿਣਾ ਤੂੰ ਗੰਦਾ ਹੈ, ਤੂੰ ਗੰਦਾ ਹੈ, ਤੂੰ ਗੰਦਾ ਹੈ। ਆਪ ਮੈਂ ਕਦੀ ਵੀ ਨਹੀਂ ਸੋਚਿਆ, ਦੂਜੇ ਨੂੰ ਮੈਂ ਕਹਿ ਰਿਹਾ ਮੇਰੀ ਇੱਜ਼ਤ ਨਹੀਂ ਕੀਤੀ। ਆਪ ਮੈਂ ਕਦੀ ਵੀ ਨਹੀਂ ਸੋਚਿਆ ਕਿ ਮੈਂ ਇੱਜ਼ਤ ਕਰਦਾ। ਉਹ ਭਲਿਆ ਜੇ ਤੂੰ ਗੁਰੂ ਕਾ ਸਿੱਖ ਆ ਤੇ ਤੂੰ ਗੁਰੂ ਦੇ ਬਚਨ ਨੂੰ ਤੇ ਮੰਨ ਵੀ ਗੁਰੂ ਸਾਹਿਬ ਕਹਿੰਦੇ ਨੇ ਹਮ ਨਹੀਂ ਚੰਗੇ। ਜੇ ਤੂੰ ਗੁਰੂ ਕਾ ਸਿੱਖ ਆ
ਤੇ ਫਿਰ ਤੂੰ ਇਹਨਾਂ ਤੇ ਸੋਚ ਵੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜੇ ਮੈਨੂੰ ਇੱਜ਼ਤ ਚਾਹੀਦੀ ਆ ਤੇ ਸਾਹਮਣੇ ਵਾਲੇ ਨੂੰ ਇੱਜ਼ਤ ਨਹੀਂ ਚਾਹੀਦੀ, ਕਿ ਮੇਰੀ ਇੱਜ਼ਤ ਆ ਤੇ ਸਾਹਮਣੇ ਵਾਲੇ ਦੀ ਇੱਜ਼ਤ ਨਹੀਂ ਆ। ਇਹ ਕਦੋਂ ਵੇਖੇਗਾ ਬੰਦਾ? ਜਦੋਂ ਆਪਣੇ ਅੰਦਰ ਝਾਤੀ ਮਾਰੇਗਾ ਕਿ ਜੇ ਮੈਂ ਵਫਾਦਾਰੀ ਭਾਲਦਾ ਏ ਤੇ ਕੀ ਮੈਂ ਵਫਾ ਕਮਾ ਰਿਹਾ? ਜੇ ਮੈਂ ਸਦਾਚਾਰੀ ਭਾਲਦਾ ਏ ਕਿ ਮੈਂ ਸਦਾਚਾਰੀ ਹਾਂ? ਕਿ ਮੈਂ ਚਾਹੁੰਦਾ ਮੇਰੀ ਇੱਜ਼ਤ ਕਰੇ, ਮੈਂ ਕਰਦਾ ਏ? ਕਦੀ ਆਪਣੇ ਅੰਦਰ ਝਾਤੀ ਤੇ ਮਾਰ ਕੇ ਵੇਖ, ਫਿਰ ਤੈਨੂੰ ਐ ਲੱਗੇਗਾ ਵੀ ਮੇਰੇ ਨਾਲ ਤੇ ਵੱਡਾ ਕੋਈ ਗੁਨਾਹਗਾਰ ਹੀ ਨਹੀਂ ਹੈਗਾ। ਪਰ ਬੰਦਾ ਆਪਣੇ ਅੰਦਰ ਤੇ ਝਾਤੀ ਨਹੀਂ ਮਾਰਦਾ, ਕਹਿੰਦਾ ਨਾ ਇਹਨੇ ਮੇਰੀ ਇੱਜ਼ਤ ਨਹੀਂ ਕੀਤੀ, ਇਹਨੇ ਮੇਰੇ ਅੱਗੋਂ ਬੋਲਿਆ, ਇਹ ਮੇਰੀ ਇੱਜ਼ਤ ਨਹੀਂ ਕਰਦਾ, ਇਹ ਉੱਥੇ ਗੰਦਾ, ਇਹ ਉੱਥੇ ਗੰਦੀ, ਇਹ ਉੱਥੇ ਗੰਦਾ। ਅਸੀਂ ਇਹਨਾਂ ਚੱਕਰਾਂ 'ਚ ਉਨਾ ਚਿਰ ਪੈ ਹੀ ਰਵਾਂਗੇ ਜਿੰਨਾ ਚਿਰ ਅਸੀਂ ਆਪ ਦੇ ਅੰਦਰ ਨਹੀਂ ਝਾਤੀ ਮਾਰਾਂਗੇ ਵੀ ਮੈਂ ਕਿੰਨਾ ਕੁ ਚੰਗਾ। ਹੱਕ ਮੈਨੂੰ ਤਾਂ ਏ ਜੇ ਮੈਂ ਸਾਫ ਸੁਥਰਾ ਏ, ਤੇ ਦੂਜੇ ਨੂੰ ਬੋਲਣ ਦਾ ਹੱਕ ਮੈਨੂੰ ਤਾਂ ਏ ਜੇ ਮੈਂ ਪਹਿਰਾ ਦੇਣਾ ਏ। ਤੇ ਮਹਾਰਾਜ ਕਹਿੰਦੇ ਇਹ ਸਾਰੀ ਗੱਲ ਤੈਨੂੰ ਸਤ ਸੰਗਤ ਚੋਂ ਮਿਲੇ, ਗੁਰੂ ਕੋਲੋਂ ਮਿਲੇਗੀ। ਗੁਰੂ ਨੂੰ ਪੁੱਛ ਲਿਆ ਕਰ ਮੈਂ ਸਹੀ ਕਿੱਥੇ ਆ ਤੇ ਗਲਤ ਕਿੱਥੇ ਆ। ਮਹਾਰਾਜ ਇਸ ਲਈ ਕਹਿੰਦੇ ਆ ਐ ਮੇਰੇ ਮਨਾ ਸਤ ਸੰਗਤ ਦੇ ਵਿੱਚ ਆ, ਗੁਰੂ ਦੀ ਗੱਲ ਸੁਣ, ਤੇਰਾ ਮਨ ਤੇਰੇ ਵਸ ਵਿੱਚ ਹੋ ਜਾਏਗਾ। ਮਨ ਮੰਨਣ ਲੱਗ ਜਾਏਗਾ ਜੇ ਗੁਰੂ ਦੇ ਕੋਲ ਆਵੇਂਗਾ। ਸਾਹਿਬ ਕਹਿੰਦੇ ਨੇ ਐ ਮੇਰੇ ਮਨਾ ਜਦੋਂ ਗੁਰੂ ਕੋਲ ਆਏਗਾ, ਗੁਰੂ ਦਾ ਬਚਨ ਸੁਣੇਗਾ ਤੇ ਤੇਰਾ ਦੁੱਖ ਦਰਦ, ਤੇਰਾ ਹਨੇਰਾ, ਤੇਰਾ ਭਰਮ ਸਭ ਦੂਰ ਹੋ ਜਾਣਗੇ। ਤੂੰ ਭਰਮ 'ਚ ਜੀ ਰਿਹਾ ਹੈ, ਤੈਨੂੰ ਨਹੀਂ ਪਹਿਚਾਣ ਮੇਰਾ ਵਫਾਦਾਰ ਕੌਣ ਆ, ਮੇਰਾ ਬੁਰਾ ਤੱਕਣ ਵਾਲਾ ਕੌਣ ਆ, ਮੇਰਾ ਭਲਾ ਕਰਨ ਵਾਲਾ ਕੌਣ ਆ, ਮੇਰੇ ਨਾਲ ਖੜਨ ਵਾਲਾ ਕੌਣ ਆ, ਮੈਨੂੰ ਯੂਜ ਕਰਨ ਵਾਲਾ ਕੌਣ ਆ। ਤੈਨੂੰ ਉਦੋਂ ਪਤਾ ਲੱਗੇਗਾ ਜਦੋਂ ਤੂੰ ਗੁਰੂ ਦੇ ਬਚਨ ਸੁਣੇਗਾ ਤੇ ਉਹਨਾਂ ਤੇ ਵਿਚਾਰ ਕਰੇਗਾ ਤੇ ਮੰਨੇਗਾ। ਮਹਾਰਾਜ ਕਹਿੰਦੇ ਜਦੋਂ ਤੂੰ ਮੇਰੇ ਮਨਾ ਸਤ ਸੰਗਤ ਵਿੱਚੋਂ ਗੁਰੂ ਦਾ ਬਚਨ ਪੱਲੇ ਵਿੱਚ ਬੰਨ ਲਿਆ, ਫਿਰ ਤੇਰਾ ਦੁੱਖ ਵੀ ਦੂਰ ਹੋ ਜਾਏਗਾ, ਤੇਰਾ ਦਰਦ ਵੀ ਦੂਰ ਹੋ ਜਾਏਗਾ। ਜਿਹੜੇ ਹਨੇਰੇ 'ਚ ਤੂੰ ਤੁਰਿਆ ਫਿਰਦਾ ਨਾ, ਉਹ ਹਨੇਰਾ ਵੀ ਤੇਰਾ ਦੂਰ ਹੋ ਜਾਏਗਾ। ਜਿਸ ਭਰਮ ਵਿੱਚ ਤੂੰ ਜੀ ਰਿਹਾ ਏ ਐ ਬੰਦਿਆ, ਤੇਰਾ ਉਹ ਭਰਮ ਵੀ ਦੂਰ ਹੋ ਜਾਏਗਾ। ਕਦੀ ਆਪਣੀ ਜ਼ਮੀਰ ਨੂੰ ਪੁੱਛ ਕੇ ਵੇਖ, ਆਪਣੇ ਅੰਦਰ ਉਤਰ ਕੇ ਆਪਣੀ ਆਤਮਾ ਨਾਲ ਗੱਲ ਕਰਕੇ ਤਾਂ ਵੇਖ ਕਿ ਜੋ ਮੈਂ ਕਰਦਾ ਪਿਆ ਉਹ ਮੈਂ ਸਹੀ ਕਰਦਾ ਪਿਆ। ਸਤਿਗੁਰੂ ਜੀ ਕਹਿੰਦੇ ਨੇ ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁੱਖ ਨ ਵਿਆਪੀਐ। ਐ ਮਰਾ ਗੁਰੂ ਸਾਹਿਬ ਜੀ ਇਹ ਕਹਿੰਦੇ ਨੇ। ਮਹਾਰਾਜ ਕਹਿੰਦੇ ਡਿੱਠਾ ਸਭ ਸੰਸਾਰ, ਸੁੱਖ ਨਾ ਨਾਮ ਬਿਨ। ਸਾਰਾ ਸੰਸਾਰ ਮਹਾਰਾਜ ਕਹਿੰਦੇ ਮੈਂ ਵੇਖ ਲਿਆ, ਨਾਮ ਤੋਂ ਬਿਨਾਂ ਸੁੱਖ ਨਹੀਂ। ਬਾਬਾ ਫਰੀਦ ਜੀ ਤੇ ਇੱਥੋਂ ਤੱਕ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਮੈਂ ਸਮਝਦਾ ਸਾਂ ਮੈਂ ਬੜਾ ਦੁਖੀ ਆ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ। ਉੱਚੇ ਚੜ ਕੇ ਵੇਖਿਆ ਤਾਂ ਘਰ ਘਰ ਇਹੋ ਅੱਗ। ਇਹ ਘਰ ਘਰ ਦੀ ਕਹਾਣੀ ਹੈ, ਹਰ ਬੰਦੇ ਦੀ ਕਹਾਣੀ ਹੈ। ਹਰ ਬੰਦਾ ਕਹਿੰਦਾ ਮੇਰੀ ਇੱਜ਼ਤ ਨਹੀਂ ਕਰਦਾ, ਪਰ ਕਦੀ ਇਹ ਨਹੀਂ ਸੋਚਿਆ ਮੈਂ ਕਰਦਾ ਕੀ ਮੈਨੂੰ ਨਹੀਂ ਕਰਨੀ ਚਾਹੀਦੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਕਿਰਪਾ ਦਾ ਸਦਕਾ ਜਦੋਂ ਤੂੰ ਪਰਮਾਤਮਾ ਨਾਲ ਜੁੜ ਗਿਆ ਨਾ, ਉਸ ਦਿਨ ਤੈਨੂੰ ਸਮਝ ਆ ਜਾਏਗੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜਿੱਦਣ ਆਪਣੇ ਅੰਦਰ ਝਾਤੀ ਮਾਰ ਲਈ
ਤੇ ਫਿਰ ਉਹ ਦਿਨ ਕਹੇਗਾ ਕਬੀਰਾ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਤੇ ਮਹਾਰਾਜ ਕਹਿੰਦੇ ਜਿਹੜਾ ਏਦਾਂ ਵਿਚਾਰ ਕਰੂਗਾ ਆਪਣੇ ਹਿਰਦੇ 'ਚ, ਉਹ ਮੇਰਾ ਮਿੱਤਰ ਆ। ਜਿਹੜਾ ਆਪਣੇ ਹਿਰਦੇ 'ਚ ਆਪਣੀ ਆਤਮਾ ਨੂੰ ਪੁੱਛੇਗਾ ਹੀ ਨਹੀਂ ਵੀ ਮੈਂ ਕਿੰਨਾ ਕੁ ਗੁਨਾਹਗਾਰ ਆ, ਦੂਜਿਆਂ ਤੇ ਦੂਸ਼ਣ ਲਾਈ ਜਾਏਗਾ, ਉਹ ਨਹੀਂ। ਜਿਹੜਾ ਆਪਣੇ ਆਪ ਨੂੰ ਪੁੱਛੇ ਕਿ ਮੈਂ ਕਿੰਨਾ ਕੁ ਗੁਨਾਹਗਾਰ ਆ, ਮਹਾਰਾਜ ਕਹਿੰਦੇ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਫਿਰ ਪੜ੍ਹ ਲਈਏ ਇਹਨਾਂ ਪੰਕਤੀਆਂ ਨੂੰ, ਬਾਬਾ ਕਬੀਰ ਜੀ ਦੀਆਂ ਪੰਕਤੀਆਂ। ਮਹਾਰਾਜ ਕਹਿੰਦੇ ਨੇ ਕਬੀਰਾ ਸਭ ਤੇ ਹਮ ਬੁਰੇ, ਮੈਂ ਸਾਰਿਆਂ ਤੋਂ ਬੁਰਾ। ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਆਪਾਂ ਕਹਿ ਤੇ ਦਿੰਦੇ ਆ, ਅਖੰਡ ਪਾਠ ਰੱਖਿਆ ਹੋਵੇ, ਜਿੱਦਣ ਬੁੱਕ ਕਰਾਉਣ ਆਉਣੇ ਆ, ਲਿਖਾਉਣ ਆਉਣੇ ਆ ਅਖੰਡ ਪਾਠ, ਉਦੋਂ ਵੀ ਕਹਿੰਦੇ ਬਾਬਾ ਜੀ ਸਲੋਕਾਂ ਤੇ ਵਧੀਆ ਪਾਠੀ ਲਾਏ, ਵਧੀਆ ਪਾਠੀ। ਕਦੀ ਸੁਣੇ ਸਲੋਕ, ਕਦੀ ਸਮਝਣ ਦਾ ਯਤਨ ਕੀਤਾ ਸਲੋਕਾਂ ਨੂੰ। ਆ ਬਾਬਾ ਕਬੀਰ ਜੀ ਦੇ ਸਲੋਕ ਆ, ਇੱਕ ਬਾਬਾ ਫਰੀਦ ਜੀ ਦਾ ਸਲੋਕ ਸੁਣਾਇਆ ਤੁਹਾਨੂੰ, ਇੱਕ ਬਾਬਾ ਕਬੀਰ ਜੀ ਨੇ ਸੁਣਾਇਆ। ਮਹਾਰਾਜ ਕਹਿੰਦੇ ਬੰਦਿਆ ਜਦੋਂ ਗੁਰੂ ਦੀ ਕਿਰਪਾ ਹੋ ਗਈ, ਤੈਨੂੰ ਸਭ ਸਮਝ ਵਿੱਚ ਆ ਜਾਏਗਾ ਅੱਛਾ ਕੌਣ ਹੈ, ਬੁਰਾ ਕੌਣ ਹੈ। ਸੋ ਜਨ ਦੁੱਖ ਨਾ ਵਿਆਪੇ, ਫਿਰ ਉਹਨੂੰ ਦੁੱਖ ਨਹੀਂ ਲੱਗਦਾ। ਜਿਹਨੂੰ ਪਛਾਣ ਕਰਨੀ ਆ ਜੇ ਨਾ, ਮੇਰਾ ਕੌਣ ਹੈ ਤੇ ਪਰਾਇਆ ਕੌਣ ਹੈ, ਮੇਰੇ ਨਾਲ ਖੜਨ ਵਾਲਾ ਕੌਣ ਹੈ ਤੇ ਮੈਨੂੰ ਜੂਝ ਕਰਨ ਵਾਲਾ ਕੌਣ ਹੈ, ਫਿਰ ਉਹ ਦੁਖੀ ਨਹੀਂ ਹੋ ਸਕਦਾ, ਕਿਉਂਕਿ ਉਹ ਚੋਣ ਸਹੀ ਕਰ ਲੈਂਦਾ ਹੈ ਵੀ ਆਹ ਬੰਦਾ ਮੇਰੇ ਨਾਲ ਖੜੇਗਾ, ਐ ਮੈਨੂੰ ਜੂਝ ਕਰਦੇ, ਉਹਨੂੰ ਸਮਝ ਲੱਗ ਜਾਂਦੀ। ਫਿਰ ਕਿਉਂ ਦੁਖੀ ਹੋਏਗਾ ਉਹ। ਜਾਨ ਕੋ ਗੁਰ ਹਰ ਮੰਤਰ ਦੇ, ਸੋ ਉਬਰਿਆ ਮਾਇਆ ਅਗਨ ਤੇ। ਜਿਹਨੂੰ ਗੁਰੂ ਗੁਰ ਮੰਤਰ ਦੇ ਦਿੰਦਾ, ਉਸ ਗੁਰ ਮੰਤਰ ਦੀ ਕਮਾਈ ਨਾਲ, ਗੁਰੂ ਦੇ ਬਚਨ ਦੇ ਨਾਲ ਇਹ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ। ਫਿਰ ਉਹਨੂੰ ਮਾਇਆ ਅੱਗ ਜਿਹੜੀ ਆ ਨਾ, ਉਹ ਛੂ ਨਹੀਂ ਸਕਦੀ। ਨਾਨਕੋ ਪ੍ਰਭ ਮਿਆ ਕਰ, ਮੇਰੇ ਮਨ ਤਨ ਵਾਸੇ ਨਾਮ ਹਰ। ਮੇਰੇ ਸੱਚੇ ਪਾਤਸ਼ਾਹ ਐ ਸਤਿਗੁਰੂ, ਹੇ ਦੀਨ ਦਿਆਲ, ਮੈਂ ਗਰੀਬ ਤੇ ਮਿਹਰ ਕਰ, ਦਇਆ ਕਰ, ਮੇਰੇ ਮਨ ਵਿੱਚ ਪਰਮ ਪਿਤਾ ਪਰਮਾਤਮਾ ਦਾ ਨਾਮ ਵਸ ਜਾਵੇ, ਹਿਰਦੇ ਦੇ ਵਿੱਚ ਗੁਰੂ ਸ਼ਬਦ ਵਸ ਜਾਵੇ। ਮੈਂ ਆਪ ਜੀ ਨੂੰ ਸਾਖੀ ਸੁਣਾ ਰਿਹਾ ਸੀ ਇਬਰਾਹੀਮ ਦੀ, ਜਦੋਂ ਉਹਨੇ ਕਹਿ ਦਿੱਤਾ ਕਿ ਬਈ ਜਿਹੜਾ ਗੁਨਾਹਗਾਰ ਨਹੀਂ ਗਾ ਉਹ ਇਹਨੂੰ ਪਹਿਲਾ ਪੱਥਰ ਮਾਰੋ। ਬਾਅਦ ਵਿੱਚ ਫਿਰ ਲੈਕਚਰ ਦਿੱਤਾ, ਉਸਨੇ ਸਮਝਾਇਆ ਕਿ ਉਹ ਭਲਿਓ ਔਰਤ ਵੀ ਇਨਸਾਨ ਆ। ਅਸੀਂ ਸਮਝਦੇ ਵੀ ਔਰਤ ਇਨਸਾਨ ਹੀ ਨਹੀਂ ਹੈ, ਔਰਤ ਵੀ ਇਨਸਾਨ ਆ। ਬੰਦਾ ਔਰਤ ਦੇ ਜਿਉਂਦਿਆਂ ਸ਼ਾਦੀ ਕਰ ਲੈਂਦਾ ਤੇ ਔਰਤ ਦੇ ਪਤੀ ਮਰਨ ਤੋਂ ਬਾਅਦ ਵੀ ਉੱਤੇ ਦੂਸ਼ਣ। ਜੇ ਤੁਸੀਂ ਇਸ ਸ਼ਰ੍ਹਾ ਨੂੰ ਰੂੜੀ ਤੇ ਸੁੱਟ ਦਿਓ, ਇਹਦਾ ਵੀ ਜੀਵਨ ਆ, ਇਹਨੂੰ ਵੀ ਜੀਣ ਦੀ ਆਜ਼ਾਦੀ ਦਿਓ। ਜੇ ਤੁਹਾਨੂੰ ਚਾਹੀਦੀ ਹੈ ਤੇ ਇਹਨੂੰ ਵੀ ਚਾਹੀਦੀ ਹੈ ਆਜ਼ਾਦੀ ਜੀਣ ਦੀ, ਇਹਨੂੰ ਸ਼ਾਦੀ ਦੀ ਇਜਾਜ਼ਤ ਦੇ ਦਿਓ। ਉਸ ਦਿਨ ਯਹੂਦੀਆਂ ਦੇ ਵਿੱਚ ਇਹ ਕਾਨੂੰਨ ਪਾਸ ਹੋ ਗਿਆ ਸੀ ਕਿ ਬਈ ਵਿਧਵਾ ਦੀ ਸ਼ਾਦੀ ਹੋਏਗੀ। ਫਿਰ ਯਹੂਦੀਆਂ ਤੋਂ ਬਾਅਦ ਜਜ਼ੀਦੀਆਂ ਵਿੱਚ ਵੀ ਇਹੀ ਕਾਨੂੰਨ ਚੱਲਦਾ, ਈਸਾਈਆਂ 'ਚ ਵੀ ਚੱਲਦਾ, ਕੁਰੈਸ਼ੀਆਂ 'ਚ ਵੀ ਚੱਲਦਾ, ਇਸਲਾਮ 'ਚ ਵੀ ਚੱਲਦਾ ਹੈ ਕਿ ਬਈ ਵਿਧਵਾ ਦੀ ਸ਼ਾਦੀ ਕਰ ਦਿਓ। ਪਰ ਭਾਰਤ ਦੇ ਵਿੱਚ, ਹਿੰਦੂਆਂ ਦੇ ਵਿੱਚ ਇਹ ਕਾਨੂੰਨ ਨਹੀਂ ਸੀ ਚੱਲਦਾ। ਉੱਥੇ ਤੇ ਬਹੁਤ ਭੈੜੀ ਦੁਰਦਸ਼ਾ ਹੁੰਦੀ ਸੀ, ਅੱਜ ਵੀ ਹੁੰਦੀ ਆ ਔਰਤ ਦੇ ਨਾਲ ਭੈੜੀ ਦੁਰਦਸ਼ਾ। ਪਤੀ ਮਰ ਗਿਆ ਤੇ ਪਤਨੀ ਨੂੰ ਜਿਉਂਦੇ ਹੀ ਉਹਦੀ ਚਿਖਾ 'ਚ ਸੜਨਾ ਪਏਗਾ। ਪਤੀ ਦੀ ਤੇ ਮੁਰਦੇ ਨੂੰ ਸਾੜਨਾ ਹੈ, ਉਹਦੇ ਤੇ ਮਰੇ ਸਰੀਰ ਨੂੰ ਸਾੜਨਾ ਹੈ, ਤੇ ਔਰਤ ਨੂੰ ਆਪ ਦਾ ਜਿਉਂਦਾ ਹੀ ਉਹਦੇ ਨਾਲ ਸਾੜਨਾ ਪਏਗਾ।
ਜੇ ਨਹੀਂ ਸਾੜਦੀ ਉਹਦਾ ਸਿਰ ਤੇ ਮੂੰਹ ਮੁੰਨ ਕੇ ਉਹਨੂੰ ਰੰਡੀ ਦੇ ਕੋਠੇ ਤੇ ਪਾ ਦਿੰਦੇ ਸੀ, ਬੇਸਵਾ ਬਣਾ ਦਿੰਦੇ ਸੀ। ਇਹ ਕਾਨੂੰਨ ਭਾਰਤ ਦੇ ਵਿੱਚ ਵੀ ਵਿਧਵਾ ਸ਼ਾਦੀ ਕਰੇ ਉਹਦਾ ਵੀ ਜੀਵਨ ਆ, ਉਹਨੂੰ ਵੀ ਜੀਣ ਦਾ ਹੱਕ ਆ। ਇਹ ਗੁਰੂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਕਬਰ ਬਾਦਸ਼ਾਹ ਦੇ ਕੋਲੋਂ ਇਹ ਕਾਨੂੰਨ ਪਾਸ ਕਰਾਇਆ ਸੀ ਵੀ ਜਿਹੜਾ ਭਾਰਤ ਦੇ ਵਿੱਚ ਔਰਤ ਨੂੰ ਉਹਦੇ ਪਤੀ ਨਾਲ ਜਿੰਦਾ ਸਾੜੇਗਾ ਉਹਦੇ ਤੇ 302 ਦੀ ਧਾਰਾ ਲੱਗੇਗੀ ਤੇ ਕਤਲ ਦਾ ਕੇਸ ਪਏਗਾ। ਜਿਹੜੀ ਵਿਧਵਾ ਸ਼ਾਦੀ ਕਰਨਾ ਚਾਹਵੇ ਉਹਦੇ 'ਚ ਜਿਹੜਾ ਰੋਕ ਪਾਏਗਾ ਉਹਦੇ ਤੇ 307 ਦਾ ਪਰਚਾ ਹੋਏਗਾ, 325 ਦਾ ਪਰਚਾ ਹੋਏਗਾ। ਇਹ ਕਾਨੂੰਨ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਰਤ ਵਿੱਚ ਪਾਸ ਕਰਾਏ ਸੀ। ਭਾਰਤ ਦੀ ਬਦਕਿਸਮਤੀ ਆ, ਗੁਰੂਆਂ ਨੂੰ ਕਿਸੇ ਨੇ ਸਮਝ ਆਈ। ਗੁਰੂ ਸਾਹਿਬ ਜੀ ਅੱਜ ਵੀ ਇਹੀ ਗੱਲ ਸਮਝਾਉਂਦੇ, ਐ ਮੇਰੇ ਮਨ ਉਹਦਾ ਗੁਰੂ ਦਾ ਹੁੰਦਾ। ਫਿਰ ਗੁਰੂ ਦੇ ਚਰਨਾਂ 'ਚ ਅਰਦਾਸ ਕਰ, ਸੱਚੇ ਪਾਤਸ਼ਾਹ ਮੇਰੇ ਹਿਰਦੇ ਦੇ ਵਿੱਚ ਤੇਰਾ ਨਾਮ ਵਸ ਜਾਵੇ, ਇਹ ਮਨ ਮੇਰਾ ਤੇਰੀ ਗੱਲ ਮੰਨਣ ਲੱਗ ਜੇ, ਤੇਰਾ ਬਚਨ ਮੰਨਣ ਲੱਗ ਜੇ। ਅੱਗੇ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ, ਰਸਮ ਜਪੀਏ ਏਕ ਨਾਮ, ਇਹਾਂ ਸੁਖ ਆਨੰਦ ਘਣਾ, ਆਗੇ ਜੀ ਕੈ ਸੰਗ ਕਾਮ। ਐ ਮੇਰੇ ਮਨਾ ਇੱਥੇ ਮਾਤ ਲੋਕ ਤੇ ਰਹਿੰਦੇ ਆ, ਮਨੁੱਖ ਜਨਮ ਵਿੱਚ ਰਹਿੰਦੇ ਆ, ਇਸ ਰਸਨਾ ਦੇ ਨਾਲ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੀਏ, ਰਸਨਾ ਜਪੀਏ ਹਰ ਕਾ ਨਾਮ। ਇਹ ਰਸਨਾ ਜਿਹੜੀ ਆ ਤੈਨੂੰ ਚੁਗਲੀਆਂ ਕਰਨ ਵਾਸਤੇ, ਨਿੰਦਿਆ ਕਰਨ ਵਾਸਤੇ ਨਹੀਂ ਦਿੱਤੀ ਸਤਿਗੁਰੂ ਨੇ, ਜਾਂ ਤਰ੍ਹਾਂ ਤਰ੍ਹਾਂ ਦੇ ਸਵਾਦ ਚੱਖਣ ਵਾਸਤੇ ਨਹੀਂ ਦਿੱਤੀ ਤੈਨੂੰ। ਇਹ ਬੰਦਿਆਂ ਇਸ ਰਸਨਾ ਦੇ ਨਾਲ ਪਰਮ ਪਿਤਾ ਪਰਮਾਤਮਾ ਦਾ ਜਪ ਕਰੀਏ, ਸਿਮਰਨ ਕਰੀਏ ਤੇ ਇਹਨਾਂ ਕੰਨਾਂ ਦੇ ਨਾਲ ਸੁਣੀਏ। ਜਦੋਂ ਰਸਨਾ ਨਾਲ ਜਪਣ ਲੱਗ ਪਏ, ਕੰਨਾਂ ਨਾਲ ਸੁਣਨ ਲੱਗ ਪਏ ਨਾ, ਤੇ ਬਾਕੀ ਸੰਸਾਰ ਦੀਆਂ ਸਾਰੀਆਂ ਗੱਲਾਂ ਫਿੱਕੀਆਂ ਨਜ਼ਰ ਆਉਣ ਲੱਗ ਗਈਆਂ, ਅੰਮ੍ਰਿਤ ਰਸ ਆਉਣ ਲੱਗ ਜੂਗਾ। ਤੇ ਫਿਰ ਕੀ ਬਣੇਗਾ? ਮਹਾਰਾਜ ਕਹਿੰਦੇ ਫਿਰ ਇੱਥੇ ਸੁੱਖ ਮਿਲੇਗਾ ਤੈਨੂੰ, ਆਨੰਦ ਮਿਲੇਗਾ ਤੈਨੂੰ। ਹੁਣ ਬੰਦੇ ਦੇ ਕੋਲ ਸਾਰੇ ਸਰੀਰਕ ਸੁੱਖ ਹੈ, ਚਲੋ ਗੁਜ਼ਾਰੇ ਜੋਗਾ ਉਹਨੂੰ ਕਿਸੇ ਨਾ ਕਿਸੇ ਪਾਸਿਓਂ ਸਤਿਗੁਰੂ ਟਾਹਣੀ ਨਵਾ ਕੇ ਧਨ ਵੀ ਦੇ ਦਿੰਦਾ, ਪੈਸੇ ਵੀ ਦੇ ਦਿੰਦਾ, ਗੁਜ਼ਾਰੇ ਜੋਗਾ ਉਹਨੂੰ ਸਾਧਨ ਵੀ ਦੇ ਦਿੱਤਾ, ਗੁਜ਼ਾਰੇ ਜੋਗੀ ਸੋਹਣੀ ਰੋਟੀ ਵੀ ਦੇ ਦਿੱਤੀ। ਫਿਰ ਵੀ ਦੁਖੀ ਆ। ਕਿਉਂ ਦੁਖੀ ਆ? ਕਿਉਂਕਿ ਨਜ਼ਰ ਦੂਜੇ ਤੇ ਆ ਵੀ ਇਹ ਗੁਨਾਹਗਾਰ ਹੈ, ਮੇਰਾ ਕਿਉਂ ਬੋਲ ਪਿਆ, ਇਹਨੇ ਮੈਨੂੰ ਐਂ ਕਹਿਤਾ, ਇਹਨੇ ਮੇਰਾ ਵਚਨ ਨਹੀਂ ਮੰਨਿਆ, ਇਹਨੇ ਮੇਰੀ ਇੱਜ਼ਤ ਨਹੀਂ ਕੀਤੀ, ਤਾਂ ਦੁਖੀ ਆ। ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਮਹਾਰਾਜ ਕਹਿੰਦੇ ਫਿਰ ਸੁੱਖ ਮਿਲੇਗਾ। ਗੁਰੂ ਸਾਹਿਬ ਜੀ ਕਹਿੰਦੇ ਡਿੱਠਾ ਸਭ ਸੰਸਾਰ, ਸੁੱਖ ਨਾ ਨਾਮ ਬਿਨ। ਇਹ ਬੰਦਿਆ, ਮਹਾਰਾਜ ਕਹਿੰਦੇ ਸਾਰਾ ਸੰਸਾਰ ਵੇਖ ਲਿਆ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਜੋ ਸੁੱਖ ਕੋ ਚਾਹੇ ਸਦਾ, ਸਰਨ ਰਾਮ ਕੀ ਦੇ। ਪਰਮਾਤਮਾ ਦੀ ਸ਼ਰਨ ਚ ਆ ਜਾ, ਸੁੱਖ ਹੀ ਸੁੱਖ, ਸੁੱਖ ਹੀ ਸੁੱਖ। ਜੋ ਕरेंगे ਸੋ ਭरेंगे। ਤੂੰ ਆਪਣਾ ਵੇਖ ਫਰੀਦਾ, ਜੇ ਤੂੰ ਅਕਲ ਲਤੀਫ, ਇਹ ਫਾਰਸੀ ਦਾ ਸ਼ਬਦ ਹੈ। ਲਤੀਫ ਦਾ ਮਤਲਬ ਹੁੰਦਾ ਲੈਣਾ, ਸਿਆਣਾ ਹੈ ਤੂੰ, ਜੇ ਤੂੰ ਸਮਝਦਾਰ ਹੈ ਤਾਂ। ਫਰੀਦਾ, ਜੇ ਤੂੰ ਅਕਲ ਲਤੀਫ, ਸਮਝਦਾਰ ਹੈ, ਕਿਉਂ ਕਾਲੇ ਲੇਖ ਲਿਖਦਾ ਪਿਆ? ਕਾਲੇ ਲੇਖ ਨਾ ਲੇਖ, ਆਪਣੜੇ ਗਿਰਵਾਨ ਮੇ। ਏਦਾਂ ਕਰਕੇ ਆਪਣੇ ਗੋਡਿਆਂ 'ਚ ਸਿਰ ਦੇ ਕੇ ਵੇਖ, ਤੇਰੇ 'ਚ ਕਿੰਨੇ ਗੁਨਾਹ ਹੈ। ਆਪਣੜੇ ਗਿਰਵਾਨ ਮੇ, ਸਿਰ ਨੀਵਾ ਕਰ ਵੇਖ। ਮਹਾਰਾਜ ਕਹਿੰਦੇ ਨੇ, ਸਤਿਗੁਰੂ ਕਹਿੰਦੇ ਨੇ ਫਿਰ ਤੈਨੂੰ ਸੁੱਖ ਹੀ ਸੁੱਖ, ਆਨੰਦ ਹੀ ਆਨੰਦ। ਕੀ ਕਹਿੰਦੇ ਨੇ? ਇਹਾਂ ਸੁੱਖ ਆਨੰਦ ਘਣਾ, ਆਗੇ ਜੀ ਕੇ ਸੰਗ ਕਾਮ। ਇੱਥੇ ਸੁੱਖ ਮਿਲੇਗਾ, ਆਨੰਦ ਮਿਲੇਗਾ, ਇਹ ਨਾਮ ਦਾ ਆਸਰਾ ਅੱਗੇ ਜੀਵ ਆਤਮਾ ਦੇ ਨਾਲ ਜਾਏਗਾ ਤੇ ਇਹਨੂੰ ਪਾਰ ਲੰਘਾਏਗਾ। ਕਤੀਏ ਤੇਰਾ ਆਹੂੰ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਐ ਬੰਦਿਆ, ਤੂੰ ਗੁਰੂ ਦੀ ਕਿਰਪਾ ਦਾ ਸਦਕਾ ਰਾਜ
ਆਨੰਦ ਮਾਣ, ਜ਼ਿੰਦਗੀ ਮਿਲੀ ਆ ਤੈਨੂੰ, ਇੰਜੋਏ ਕਰ, ਰੱਬ ਦੇ ਭੈ 'ਚ ਰਹਿ, ਰੱਬ ਤੋਂ ਡਰ। ਬੰਦਾ ਕੀ ਕਰਦਾ, ਜਿਹੜੀ ਕਿਸੇ ਦੀ ਧੀ ਵਿਆਹ ਲਿਆਉਂਦਾ ਉੱਤੇ ਜ਼ੁਲਮ ਕਰਦਾ, ਤਾਂ ਜਦੋਂ ਆਪਣੀ ਤੇ ਹੁੰਦੀ ਹੈ ਤਾਂ ਕਹਿੰਦਾ ਇਹ ਜ਼ੁਲਮ ਹੈ। ਜਦੋਂ ਦੂਜੇ ਤੇ ਕਰ ਰਿਹਾ ਸੀ ਨਾ, ਉਦੋਂ ਕਹਿੰਦਾ ਇਹ ਮੇਰਾ ਹੱਕ ਆ, ਇਹ ਮੇਰੀ ਪਤਨੀ ਹੈ, ਮੇਰਾ ਹੱਕ ਹੈ, ਇਹ ਗੱਲਾਂ ਮੇਰਾ ਰੋਗ ਚੱਲਣਾ, ਮੇਰੇ ਹੁਕਮ 'ਚ ਚੱਲਣਾ। ਤੇ ਜਦੋਂ ਆਪਦੀ ਧੀ ਤੇ ਵਾਰੀ ਆਉਂਦੀ ਤੇ ਕਹਿੰਦਾ ਜ਼ੁਲਮ ਹੋ ਰਿਹਾ ਮੇਰੀ ਧੀ ਨਾਲ। ਕੈਸੀ ਖੇਡ ਆ ਬੰਦੇ ਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ ਤੇ ਤੇਰਾ ਹਉਮੈ ਦਾ ਰੋਗ ਦੂਰ ਹੋ ਜਾਏਗਾ। ਕੱਟੀਏ ਤੇਰਾ ਅਹੰ ਰੋਗ, ਤੇਰਾ ਹਉਮੈ ਦਾ ਰੋਗ ਦੂਰ ਹੋ ਜਾਏਗਾ ਕਿ ਮੈਂ ਕੁਝ ਹਾਂ। ਤੇ ਫਿਰ ਆਨੰਦ ਵਿੱਚ ਰਹੇਗਾ। ਤੈਨੂੰ ਰਾਜ ਭਾਗ ਬਖਸ਼ਿਆ, ਭੋਗ ਉਸ ਨੂੰ ਬਰਬਾਦ ਨਾ ਕਰ। ਹਰ ਰਸ ਜਿਨ ਜਿਨ ਚਖਿਆ ਤਾਂ ਕੀ ਤ੍ਰਿਸ਼ਨਾ ਲਾਥੀਆ। ਜਿਨੇ ਜਿਨੇ ਵੀ ਹਰੀ ਪ੍ਰਮਾਤਮਾ ਦਾ ਰਸ ਚੱਖ ਲਿਆ, ਉਹਦੀ ਤ੍ਰਿਸ਼ਨਾ ਦੂਰ ਹੋ ਗਈ, ਦੂਰ ਹੋ ਗਈ ਉਹਦੀ ਤ੍ਰਿਸ਼ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਵਿਸਰਾਮ ਨਿਨ ਪਾਇਆ, ਸੋ ਬਹੁਰ ਨ ਕਤਈ ਜਹਾਇਆ। ਧਾਇਆ ਜਿਨੇ ਜਿਨੇ ਹਰੀ ਪਰਮਾਤਮਾ ਦਾ ਨਾਮ ਪਾ ਲਿਆ, ਮਹਾਰਾਜ ਕਹਿੰਦੇ ਉਹ ਵਿਸਰਾਮ ਚ ਆ ਗਿਆ, ਟਿਕ ਗਿਆ ਉਹਦਾ ਮਨ, ਟਿਕ ਗਿਆ। ਉਹਨੂੰ ਹੋਰ ਕੋਈ ਬੁਰਾ ਦਿਸਦਾ ਹੀ ਨਹੀਂ, ਕਿਉਂਕਿ ਆਪਣੇ ਘਰੇ ਬੈਠਾ ਹੈ। ਜਦੋਂ ਆਪਣੇ ਘਰੇ ਬੈਠਾ ਤੇ ਉਹਨੂੰ ਆਪਣੇ ਘਰ ਦਾ ਹੀ ਗੰਦ ਦੀਦਾ, ਕਚਰਾ ਦੀਦਾ। ਫਿਰ ਉਹਨੂੰ ਦਿਸਦਾ ਹੈ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਆਪਣੇ ਘਰ 'ਚ ਬੈਠਾ ਤਾਂ ਦਿਸਦਾ ਹੈ ਕਿ ਮੈਂ ਸਭ ਤੋਂ ਮਾੜਾ ਹੈ, ਮੇਰੇ ਬੜੇ ਔਗਣ ਹੈ, ਮੈਂ ਨਹੀਂ ਚੰਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹਦੇ ਤੇ ਕਿਰਪਾ ਹੋ ਜਾਂਦੀ ਹੈ, ਮਨ ਵਿਸਰਾਮ 'ਚ ਆ ਜਾਂਦਾ। ਸੋ ਬਹੁਰ ਨ ਕਤਈ ਧਾਇਆ, ਫਿਰ ਦੂਜਿਆਂ ਉੱਤੇ ਧਾਵਾ ਨਹੀਂ ਬੋਲਦਾ, ਦੂਜੇ ਤੇ ਨਹੀਂ ਬੋਲਦਾ ਧਾਵਾ, ਫਿਰ ਨਿਮਰਤਾ ਆ ਜਾਂਦੀ ਹਿਰਦੇ 'ਚ। ਹਰ ਹਰ ਨਾਮ ਜਾ ਕੋ ਗੁਰ ਦੀਆ, ਨਾਨਕ ਤਾਂ ਕਾ ਭਉ ਗਿਆ। ਜਿਹਨੂੰ ਹਰੀ ਪਰਮਾਤਮਾ ਨੇ ਆਪਣਾ ਨਾਮ ਦੇ ਦਿੱਤਾ ਨਾ, ਉਹਦਾ ਸਾਰਾ ਡਰ ਭਰਮ ਕਲੇਸ਼ ਸਭ ਦੂਰ ਹੋ ਗਈ। ਜਿਹਨੂੰ ਪਰਮਾਤਮਾ ਨੇ ਆਪਣੇ ਨਾਮ ਦੇ ਦਿੱਤਾ। ਐ ਬੰਦਿਆ, ਤੂੰ ਉਸ ਪਰਮ ਪਿਤਾ ਪਰਮਾਤਮਾ ਦਾ ਕਿਰਪਾ ਦਾ ਪਾਤਰ ਬਣ। ਤੂੰ ਬੰਦਿਆ ਆਪਣੇ ਅੰਦਰ ਝਾਤੀ ਮਾਰ। ਇਹ ਖੇਡ ਉਦੋਂ ਬਣੂਗੀ ਜਦੋਂ ਗੁਰੂ ਦੇ ਦਰ ਤੇ ਸਮਰਪਿਤ ਹੋਵੇਗਾ, ਜਦੋਂ ਗੁਰੂ ਦਾ ਦੱਸਿਆ ਬਚਨ ਮੰਨ ਕੇ ਆਪਣੇ ਹਿਰਦੇ 'ਚ ਝਾਤੀ ਮਾਰੇਗਾ, ਤੇ ਫਿਰ ਦੁਖੀ ਨਹੀਂ ਹੋਏਗਾ ਤੂੰ, ਫਿਰ ਤੇ ਸਗੋਂ ਆਨੰਦ ਵਿੱਚ ਰਹੇਗਾ। ਭਾਵੇਂ ਤੱਤੀ ਤਵੀ ਹੋਵੇ ਤੇ ਭਾਵੇਂ ਤਖਤ ਹੋਵੇ, ਭਾਵੇਂ ਆਨੰਦਪੁਰ ਦਾ ਤਖਤ ਤੇ ਭਾਵੇਂ ਮਾਛੀਵਾੜੇ ਦਾ ਜੰਗਲ ਹੋਵੇ, ਭਾਵੇਂ ਕਲਗੀਆਂ ਤੋੜੇ ਰਾਜ ਭਾਗ ਲੱਗੇ ਹੋ ਤੇ ਭਾਵੇਂ ਪੁੱਠੀ ਖੱਲ ਲਾਈ ਜਾ ਰਹੀ ਹੋਵੇ, ਤੇਰੇ ਆਨੰਦ ਨੂੰ ਕੋਈ ਖੋ ਨਹੀਂ ਸਕੇਗਾ। ਇਸ ਲਈ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੇ ਭੈ ਵਿੱਚ ਆ, ਰੱਬ ਦਾ ਡਰ ਮੰਨ ਜੇ ਆਨੰਦ ਲੈਣਾ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।